ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਹਿਯੋਗੀ ਮਨਦੀਪ ਸਿੰਘ ਟੁੱਟ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਪਿਛਲੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਜੋ ਸਰੀ ਦੇ ਵਿੱਚ ਗੋਲੀਆਂ ਚੱਲੀਆਂ, ਉਸ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦਾ ਨਾਮ ਸਾਹਮਣੇ ਆਇਆ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਕਈ ਤਰ੍ਹਾਂ ਦੇ ਜਿਹੜੇ ਦਾਅਵੇ ਸੀ ਉਹ ਕੀਤੇ ਜਾ ਰਹੇ ਸਨ, ਪਰ ਹੁਣ ਇਸ ਮਾਮਲੇ ਦੇ ਬਾਰੇ ਕੀ ਅਪਡੇਟ ਸਾਹਮਣੇ ਆ ਰਹੀ ਹੈ? ਜੀ ਬਿਲਕੁਲ ਜੀ, ਇਹ ਮਾਮਲਾ ਸਰੀ ਦੇ ਵਿੱਚ 1 ਫਰਵਰੀ ਰਾਤ ਦੀ ਘਟਨਾ ਹੈ ਜਿਸ ਦਿਨ ਇਹ ਗੋਲੀਆਂ ਚੱਲੀਆਂ ਸੀ। ਹੁਣ ਇਸ ਦੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਈ ਆ ਪਰਿਵਾਰ ਵੱਲੋਂ, ਜਿਹੜੀ ਸੀਸੀਟੀਵੀ ਫੁਟੇਜ ਆ ਜੋ ਘਰ ਦੇ ਬਾਹਰ ਕੈਮਰਾ ਲੱਗਾ ਸੀ ਜਿਸ 'ਚ ਇਹ ਸਾਰਾ ਮਾਮਲਾ ਆਇਆ। ਸੋ ਸਾਡੇ ਦਰਸ਼ਕ ਇਸ ਵਕਤ ਸਕਰੀਨ ਤੇ ਦੇਖ ਰਹੇ ਨੇ ਕਿ ਇਹ ਜਿਹੜੀ ਵੀਡੀਓ ਆ ਇਹ ਹੁਣ ਸਾਹਮਣੇ ਆਈ ਆ, ਜਿਹਦੇ ਵਿੱਚ ਇੱਕ ਨੌਜਵਾਨ ਜਿਹਨੇ ਇੱਕ ਹੁੱਡੀ ਪਾਈ ਹੋਈ ਆ। ਸੋ ਉਹਦੇ ਫੋਨ ਤੇ ਪਹਿਲਾਂ ਉਹ ਆਪਣਾ ਕੈਮਰਾ ਔਨ ਕਰਦਾ, ਉਸ ਤੋਂ ਬਾਅਦ ਫਿਰ ਲਗਾਤਾਰ ਉਹ ਗੋਲੀਆਂ ਚਲਾਉਂਦਾ ਆ ਔਰ ਕੁਝ ਗੋਲੀਆਂ ਉਹ ਉੱਪਰ ਘਰ ਵੱਲ ਨੂੰ ਮਾਰਦਾ ਆ, ਕੁਝ ਗੋਲੀਆਂ ਜਿਹੜੀਆਂ ਬਾਹਰ 2 ਕਾਰਾਂ ਖੜੀਆਂ ਨੇ ਉਹਨਾਂ ਵਿੱਚ ਨੇੜੇ ਹੋ ਕੇ ਮਾਰਦਾ ਆ। ਗੋਲੀਆਂ ਜਿਹੜੀਆਂ ਆ ਇਸ ਨੌਜਵਾਨ ਵੱਲੋਂ ਲਗਾਤਾਰ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਨੇ ਔਰ ਕੁਝ ਕੁ ਸੈਕਿੰਡ ਦੀ ਇਹ ਵੀਡੀਓ ਆ ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਰਾਤ 2:31 ਤੇ ਜਿਹੜੀ ਸੀ ਇਹ ਘਟਨਾ ਵਾਪਰੀ ਸੀ ਔਰ ਲਗਭਗ ਜੇਕਰ ਅਸੀਂ ਗੱਲ ਕਰੀਏ ਤਾਂ 10 ਸੈਕਿੰਡ ਤੋਂ ਵੱਧ ਜਿਹੜੀ ਇਹ ਵੀਡੀਓ ਨਹੀਂ ਹੋਣੀ ਆ, 10 ਸੈਕਿੰਡ ਤੋਂ ਵੀ ਘੱਟ ਦੀ ਇਹ ਵੀਡੀਓ ਆ। ਸੋ ਇਸ 10 ਸੈਕਿੰਡ ਦੇ ਵਿੱਚ ਜੇਕਰ ਅਸੀਂ ਦੇਖੋ ਕਿ 2:31 ਤੇ 11 ਸੈਕਿੰਡ ਤੇ ਇਹ ਵੀਡੀਓ ਸ਼ੁਰੂ ਹੁੰਦੀ ਆ ਔਰ 21 ਜਿਹੜੇ ਸੈਕਿੰਡ ਦੇ ਆ ਕੇ ਵੀਡੀਓ ਖਤਮ ਹੋ ਜਾਂਦੀ ਆ। ਸੋ ਇਹ 10 ਸੈਕਿੰਡ ਦੇ ਵਿੱਚ ਜਿਹੜਾ ਵਾ ਇਹ ਗੋਲੀਆਂ ਜਿਹੜੀਆਂ ਇਹ ਨੌਜਵਾਨ ਚਲਾਉਂਦਾ ਆ, ਜੋ ਕੁਝ ਘਰ ਵੱਲ ਚਲਾਉਂਦਾ ਆ, ਕੁਝ ਗੋਲੀਆਂ ਜਿਹੜੀਆਂ ਆ ਉਹ ਫਿਰ ਆ ਕੇ ਕਾਰਾਂ ਤੇ ਮਾਰਦਾ ਆ। ਔਰ ਹਾਲਾਂਕਿ ਇਹਦੇ ਵਿੱਚ ਕੁਝ ਇਸ ਤਰੀਕੇ ਦਾ ਦਿਖਾਈ ਨਹੀਂ ਦੇ ਰਿਹਾ ਕਿ ਉਹ ਕੋਈ ਪੱਤਰ ਰੱਖਦਾ ਆ ਜਾਂ ਨਹੀਂ ਰੱਖਦਾ ਜਾਂ ਕੋਈ, ਕਿਉਂਕਿ ਜਿਹੜੇ ਇੱਕ ਪੱਤਰ ਜਿਹੜੀ ਸੀ ਉਹ ਪੱਤਰ ਸੀਗਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੀ, ਪਰ ਅਸੀਂ ਉਹਦੇ ਹੱਥ 'ਚ ਇਹ ਦੇਖ ਸਕਦੇ ਕਿ ਇੱਕ ਹੱਥ 'ਚ ਉਹਦੇ ਪਿਸਤੌਲ ਔਰ ਦੂਜੇ ਹੱਥ ਵਿੱਚ ਮੋਬਾਈਲ ਦੀ ਲਾਈਟ ਜਿਹੜੀ ਉਹ ਜਗ ਰਹੀ ਆ। ਸੋ ਜਿਵੇਂ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ, ਹੋ ਸਕਦਾ ਕਿ ਉਹੀ ਵੀਡੀਓ ਹੋਵੇ ਜਿਹਦੇ ਵਿੱਚ ਕਰਨ ਔਜਲੇ ਦਾ ਨਾਮ ਲੈ ਕੇ, ਜੋ ਕਿ ਚਰਚਿਤ ਸਿੰਗਰ ਆ, ਉਹਦੀ ਨਾਂ ਲੈ ਕੇ ਧਮਕੀ ਦਿੱਤੀ ਗਈ ਆ ਔਰ ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਹ ਘਰ ਜਿਹੜਾ ਉਹ ਕਰਨ ਔਜਲੇ ਦੇ ਦੋਸਤ ਦਾ ਆ, ਪਰ ਇਸ ਤਰੀਕੇ ਦਾ ਨਹੀਂ ਆ। ਇੱਕ ਮਿਸਟੇਕਨ ਆਇਡੈਂਟੀ ਇਹੋ ਜਿਹੀ ਘਟਨਾ ਨੂੰ ਕਹਿ ਦਿੰਦੇ ਆ, ਕਿਉਂਕਿ ਇਹ ਘਰ ਸਤੰਬਰ ਦੇ ਵਿੱਚ ਕਿਸੇ ਹੋਰ ਨੇ ਖਰੀਦ ਲਿਆ ਸੀ। ਇਸ ਘਰ 'ਚ ਜਿਹੜਾ ਪਹਿਲਾ ਮਾਲਕ ਜੋ ਰਹਿੰਦਾ ਸੀਗਾ ਉਹਦਾ ਜ਼ਰੂਰ ਕਰਨ ਔਜਲੇ ਨਾਲ ਜਿਹੜਾ ਉਹ ਲੈਣਾ ਦੇਣਾ ਸੀਗਾ, ਦੋਸਤ ਕਹਿ ਲਓ ਜਾਂ ਕਿਸੇ ਤਰੀਕੇ ਦਾ ਬਿਜ਼ਨਸ। ਕੁਝ ਵੱਖ-ਵੱਖ ਜਿਹੜੇ ਦਾਅਵੇ ਸਾਹਮਣੇ ਆ ਰਹੇ, ਅਸੀਂ ਉਹਨਾਂ ਦੀ ਪੁਸ਼ਟੀ ਹਲੇ ਨਹੀਂ ਕਰ ਸਕਦੇ ਕਿਉਂਕਿ ਪੁਲਿਸ ਨੇ ਇਸ ਸੰਬੰਧੀ ਕੁਝ ਖਾਸ ਜਿਹੜਾ ਕਲੀਅਰ ਨਹੀਂ ਕੀਤਾ ਆ। ਤੋ ਇਹਦੇ ਵਿੱਚ ਇਹ ਸੀਗਾ ਕਿ ਸਤੰਬਰ ਮਹੀਨੇ ਵਿੱਚ ਜਿਹੜਾ ਸੀ ਇਹਨਾਂ ਨੇ ਘਰ ਖਰੀਦਿਆ ਸੀਗਾ ਔਰ ਖਾਸ ਤੌਰ ਤੇ ਅਸੀਂ ਕੁਝ ਨਿਊਜ਼ ਚੈਨਲਸ ਨੇ ਜਾ ਕੇ ਘਰ 'ਚ ਕਵਰੇਜ ਕੀਤੀ ਹੈ, ਜਿਸ 'ਚ ਇਹ ਪਤਾ ਲੱਗਦਾ ਕਿ ਉਹ ਘਰ ਦੇ ਸ਼ੀਸ਼ੇ ਵਿੱਚ ਕਈ ਗੋਲੀਆਂ ਲੱਗਦੀਆਂ ਨੇ। ਜਿਹੜੀਆਂ ਗੋਲੀਆਂ ਕਾਰਾਂ ਵੱਲ ਚਲਾ ਰਿਹਾ, ਉਹ ਗੋਲੀਆਂ ਜਾ ਕੇ ਗਰਾਜ 'ਚ ਵੀ ਲੱਗਦੀਆਂ ਨੇ ਔਰ ਕੁਝ ਘਰ ਦੀ ਛੱਤ 'ਚ ਜਾ ਕੇ ਗੋਲੀਆਂ ਲੱਗਦੀਆਂ ਨੇ। ਅੰਨ੍ਹੇਵਾਹ ਜਿਹੜੀ ਹੈ ਫਾਇਰਿੰਗ ਜਿਹੜੀ ਆ ਨੌਜਵਾਨ ਵੱਲੋਂ ਕੀਤੀ ਜਾ ਰਹੀ ਆ। ਔਰ ਇੱਕ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਸਾਹਮਣੇ ਵਾਲਾ ਬਿਲਕੁਲ ਕਮਰਾ, ਉੱਥੇ ਵਿੰਡੋ ਦੇ ਨਾਲ ਜਿੱਥੇ ਗੋਲੀਆਂ ਲੱਗੀਆਂ ਨੇ, ਉਸ ਸੋਫੇ ਉੱਤੇ ਉਸ ਘਰ ਦੀ ਜਿਹੜੀ ਇੱਕ ਬਜ਼ੁਰਗ ਮਾਤਾ ਸੀ ਉਹ ਵੀ ਸੁੱਤੀ ਪਈ ਸੀ। ਸੋ ਤੇ ਬਿਲਕੁਲ ਨੇੜਿਓ ਜਿਹੜੀਆਂ ਇਹ ਗੋਲੀਆਂ ਲੰਘੀਆਂ ਨੇ ਔਰ ਕੁਝ ਉਹ ਸ਼ੀਸ਼ਾ ਪਾਰ ਕਰਕੇ ਗਾ ਛੱਤ 'ਚ ਲੱਗੀਆਂ ਨੇ। ਸੋ ਰਾਤ ਦਾ ਸਮਾਂ ਸੀ 2:30 ਵਜੇ ਦਾ, ਬਾਕੀ ਸਾਰਾ ਪਰਿਵਾਰ ਵੀ ਸੁੱਤਾ ਹੋਇਆ ਸੀ। ਔਰ ਜੇਕਰ ਕਿਉਂਕਿ ਉਸ ਕਮਰੇ ਵਿੱਚ ਅਕਸਰ ਜਿਹੜਾ ਕੈਨੇਡਾ ਦੇ ਵਿੱਚ ਰਹਿਣ ਦੇ ਜੋ ਹਿਸਾਬ ਦੇ ਨਾਲ ਉਸ ਕਮਰੇ ਵਿੱਚ ਆਮ ਤੌਰ ਤੇ ਗਹਿਮਾ ਗਹਿਮੀ ਹੁੰਦੀ ਆ, ਉੱਥੇ ਲੋਕ ਬੈਠੇ ਹੁੰਦੇ ਨੇ, ਗੱਲਾਂ ਬਾਤਾਂ ਕਰਦੇ ਹੁੰਦੇ ਨੇ। ਜੇਕਰ ਉਹ ਘਰ ਹੋਣ, ਜੇਕਰ ਇਹ ਘਟਨਾ ਦਿਨ ਵੇਲੇ ਹੁੰਦੀ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ। ਪਰ ਜਿਸ ਤਰੀਕੇ ਨਾਲ ਸੁਨੇਹਾ ਦਿੱਤਾ ਗਿਆ ਸੀ ਉਸ ਵੀਡੀਓ ਵਿੱਚ ਕਿ ਇਹ ਮਹਿਜ ਕਰਨ ਔਜਲੇ ਲਈ ਇੱਕ ਧਮਕੀ ਸੀ, ਸੋ ਗੋਲੀਆਂ ਚਲਾ ਕੇ ਧਮਕੀ ਜਿਹੜੀ ਦਿੱਤੀ ਗਈ ਆ। ਹੈਰੀ ਚੱਠਾ ਗਰੁੱਪ ਦਾ ਨਾਮ ਇਸ ਵਿੱਚ ਲਿਖਿਆ ਗਿਆ ਸੀਗਾ ਉਸ ਵੀਡੀਓ ਦੇ ਵਿੱਚ। ਸੋ ਪੁਲਿਸ ਇਹਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਅਫੀਸ਼ੀਅਲ ਤੌਰ ਤੇ ਕੁਝ ਨਹੀਂ ਦੱਸਿਆ, ਪਰ ਜੋ ਆਸੇ-ਪਾਸੇ ਖਬਰਾਂ ਮਿਲ ਰਹੀਆਂ ਨੇ, ਜੋ ਮੀਡੀਆ ਰਿਪੋਰਟਸ ਨੇ, ਜੋ ਪਰਿਵਾਰ ਵਾਲਿਆਂ ਨੇ ਹੁਣ ਤੱਕ ਇੰਟਰਵਿਊ ਦਿੱਤੀਆਂ ਨੇ, ਉਹ 'ਚ ਮਾਮਲਾ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹ ਸਮਝਿਆ ਗਿਆ ਹਮਲਾਵਰ ਵੱਲੋਂ ਕਿ ਇੱਥੇ ਕਰਨ ਔਜਲੇ ਦਾ ਦੋਸਤ ਰਹਿੰਦਾ ਆ। ਸੋ ਕਰਨ ਔਜਲੇ ਤੋਂ ਧਮਕੀ ਦੇਣ ਲਈ, ਉਹਨੂੰ ਡਰਾਉਣ ਲਈ ਜਾਂ ਕਿਸੇ ਤਰੀਕੇ ਨਾਲ ਉੱਤੇ ਪ੍ਰਭਾਵ ਪਾਉਣ ਲਈ ਜਿਹੜੇ ਇਹ ਹਮਲਾ ਕੀਤਾ ਗਿਆ, ਪਰ ਇਹ ਉਹ ਘਰ ਵੇਚ ਚੁੱਕੇ ਸਨ। ਇੱਕ ਬੇਕਸੂਰ ਪਰਿਵਾਰ ਜਿਹੜਾ ਸੀ ਇਸ ਹਮਲੇ ਦਾ ਜਿਹੜਾ ਸ਼ਿਕਾਰ ਹੋਇਆ। ਇਹ ਗੱਡੀਆਂ ਜਿਹੜੀਆਂ ਸੀਗੀਆਂ ਇਹ ਪੁਲਿਸ ਵੱਲੋਂ ਪੁਲਿਸ ਲੈ ਗਈ ਸੀ ਜਾਂਚ ਕਰਨ ਲਈ, ਗੋਲੀਆਂ ਕੱਢਣ ਲਈ
ਔਰ ਘਰ ਦੇ ਵਿੱਚੋਂ ਵੀ ਕਾਫੀ ਜਿਹੜਾ ਸਮਾਂ ਲਾ ਕੇ ਪੁਲਿਸ ਵੱਲੋਂ ਗੋਲੀਆਂ ਕੱਢੀਆਂ ਗਈਆਂ। ਸੋ ਵੀਡੀਓ ਜਿਹੜੀ ਅੱਜ ਇਹ ਸਾਹਮਣੇ ਆਈ ਆ, ਹੋ ਸਕਦਾ ਕਿ ਇਸ ਵੀਡੀਓ ਦੇ ਬਿਹਾਵ ਦੇ ਉੱਤੇ ਇਸ ਨੌਜਵਾਨ ਦੀ ਪਹਿਚਾਣ ਹੋ ਜਾਵੇ ਵੀ ਕੌਣ ਸੀ, ਕਿਹਨੇ ਗੋਲੀਆਂ ਚਲਾਈਆਂ। ਸੋ ਪਰ ਇਹ ਸਾਫ਼ ਤੌਰ ਤੇ ਦਿਖ ਰਿਹਾ ਵੀ ਕਿਸ ਨਿਡਰਤਾ ਦੇ ਨਾਲ ਔਰ ਕੁਝ 10 ਕੁ ਸੈਕਿੰਡ ਦੇ ਵਿੱਚ ਜਿਹੜਾ ਇਹ ਨੌਜਵਾਨ ਸੀਗਾ, ਇਹ 15-16 ਗੋਲੀਆਂ ਦੱਸਿਆ ਜਾ ਰਿਹਾ ਜੇ ਚਲਾ ਕੇ ਸੋ ਇਹ ਉੱਥੋਂ ਫਰਾਰ ਹੋ ਗਿਆ। ਜੀ ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਦੀ ਗੱਲ ਕਰ ਲੈਂਦੇ ਹਾਂ। ਇਮੀਗ੍ਰੇਸ਼ਨ ਨਾਲ ਸੰਬੰਧਿਤ ਵਿਦਿਆਰਥੀਆਂ ਵਾਸਤੇ ਵੀ ਖਬਰ ਸਾਹਮਣੇ ਆ ਰਹੀ ਹੈ। ਹੁਣ ਸਟੂਡੈਂਟਸ ਜਿਹੜੇ ਨੇ ਉਹਨਾਂ ਵਾਸਤੇ ਇਮੀਗ੍ਰੇਸ਼ਨ ਸੰਬੰਧੀ ਕੀ ਜਿਹੜਾ ਐਲਾਨ ਅੱਜ ਕੀਤਾ ਗਿਆ? ਜੀ ਬਿਲਕੁਲ ਜੀ, ਆਮ ਤੌਰ ਤੇ ਜਦੋਂ ਵੀ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਦਿਮਾਗ 'ਚ ਇਹੀ ਆਉਂਦਾ ਆ। ਔਰ STS ਜਿਹੜੀ ਡਾਇਰੈਕਟ ਜਿਹੜੀ ਸਟਰੀਮ ਸਟੱਡੀ ਆ ਉਹਦੇ ਵਿੱਚ ਵੀ ਆਮ ਤੌਰ ਤੇ ਜਿਹੜਾ ਵਾ ਅਸੀਂ ਜਦੋਂ ਆਈਲੈਟਸ ਦੀ ਗੱਲ ਕਰਦੇ ਆ ਤਾਂ ਐਕੈਡਮਿਕਸ ਜਿਹੜੀ ਆਈਲੈਟਸ ਹੈ ਉਹਦੀ ਗੱਲ ਕਰਦੇ ਆ। ਪਰ ਅੱਜ ਇੱਕ ਟਵੀਟ ਜਿਹੜਾ ਉਹ ਕੀਤਾ ਗਿਆ ਵਾ, ਜਿਹੜਾ ਭਾਰਤ ਦੇ ਵਿੱਚ ਜੋ ਕੈਨੇਡੀਅਨ ਰਾਜਦੂਤ ਆ, ਜੋ ਕੈਨੇਡੀਅਨ ਹਾਈ ਕਮਿਸ਼ਨਰ ਆ, ਉਸ ਟਵਿੱਟਰ ਹੈਂਡਲ ਤੋਂ ਕਿ ਹੁਣ ਜਿਹੜਾ ਵਾ ਮੈਂ ਸਾਡੇ ਫੁੱਲ ਸਕਰੀਨ ਅਸੀਂ ਇਹ ਟਵੀਟ ਜਿਹੜਾ ਦਿਖਾ ਸਕਦੇ ਆ। ਸੋ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਇਹਦੇ ਵਿੱਚ ਹੁਣ ਜਿਹੜੀ ਜਨਰਲ ਆਈਲੈਟਸ ਆ ਉਹ ਵੀ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਆ STS ਦੇ ਵਿੱਚ ਹੁਣ ਜਨਰਲ ਆਈਲੈਟਸ ਵਾਲੇ ਜਿਹੜੇ ਵਿਦਿਆਰਥੀ ਆ ਜਿਹੜੇ ਇਸ ਵਕਤ ਜਨਰਲ ਆਈਲੈਟਸ ਕਰਕੇ ਬੈਠੇ ਆ ਉਹ ਵੀ ਹੁਣ ਸਟੱਡੀ ਵੀਜ਼ੇ ਲਈ ਅਪਲਾਈ ਜਿਹੜਾ ਕਰ ਸਕਦੇ ਆ। ਸੋ ਇੱਕ ਵੱਡਾ ਬਦਲਾਅ ਆ ਕਿਉਂਕਿ ਹੁਣ ਤੱਕ ਬਹੁਤੇ ਇਸ ਸਟਰੀਮ ਦੇ ਵਿੱਚ STS ਦੇ ਵਿੱਚ ਜਿਹੜਾ ਉਹ ਅਕੈਡਮਿਕ ਹੀ ਜ਼ਿਆਦਾ ਜਿਹੜਾ ਸੀਗਾ ਉਹ ਆਈਲੈਟਸ ਵਾਲੀ ਜਿਹੜੀ ਉਹ ਆਈਲੈਟਸ ਅਪਰੂਵ ਕੀਤੀ ਜਾਂਦੀ ਸੀ ਜਾਂ ਕਾਲਜਾਂ ਵੱਲੋਂ ਅਸੈਪਟ ਕੀਤੀ ਜਾਂਦੀ ਸੀ। ਪਰ ਹੁਣ ਜਾਣਕਾਰੀ ਇਹ ਦਿੱਤੀ ਜਾ ਰਹੀ ਆ ਕਿ ਜਨਰਲ ਆਈਲੈਟਸ ਜਿਹੜੀ ਆ ਉਹ ਵੀ ਅਸੈਪਟ ਕੀਤੀ ਜਾਵੇਗੀ। ਸੋ ਹੁਣ ਜਿਹੜੇ ਜਨਰਲ ਆਈਲੈਟਸ ਕਰਕੇ ਬੈਠੇ ਆ ਉਹ ਵੀ ਜੇਕਰ ਸਟੱਡੀ ਵੀਜ਼ਾ ਤੇ ਆਉਣਾ ਚਾਹੁੰਦੇ ਆ, ਕਿਉਂਕਿ ਬਹੁਤ ਸਾਰੇ ਐਕਸਪ੍ਰੈਸ ਐਂਟਰੀ ਪੂਲ ਲਈ ਫਾਈਲਾਂ ਦੀ ਵੇਟ ਕਰ ਰਹੇ ਆ, ਡਰਾਅ ਦੀ ਵੇਟ ਕਰ ਰਹੇ ਆ, ਸੋ ਉਹਦੇ ਲਈ ਆਮ ਤੌਰ ਤੇ ਜਨਰਲ ਆਈਲੈਟਸ ਹੀ ਕੀਤੀ ਜਾਂਦੀ ਆ। ਸੋ ਉਹ ਵੀ ਹੁਣ ਜਿਹੜੇ ਆ ਇਸ ਸਟਰੀਮ ਦੇ ਵਿੱਚ ਕੈਨੇਡਾ ਆ ਸਕਦੇ ਨੇ ਜੇਕਰ ਉਹ ਚਾਹੁੰਦੇ ਨੇ। ਔਰ ਜੇਕਰ ਕਈ ਵਾਰ ਇਹ ਵੀ ਸਾਡੇ ਮਨ 'ਚ ਵਹਿਮ ਹੁੰਦਾ ਆ ਕਿ ਅਕੈਡਮਿਕ ਜਿਹੜੀ ਆ ਉਹ ਆਈਲੈਟਸ ਥੋੜੀ ਔਖੀ ਹੁੰਦੀ ਆ, ਜਨਰਲ ਸੌਖੀ ਹੁੰਦੀ ਆ, ਕਿਉਂਕਿ ਉਹਦੇ ਵਿੱਚ ਰਾਈਟਿੰਗ ਦਾ ਥੋੜਾ ਸੈਕਸ਼ਨ ਉਹ ਅਲੱਗ ਹੁੰਦਾ ਆ। ਸੋ ਇੱਕ ਅੱਧਾ ਹੋਰ ਮੋਡਿਊਲ ਵੀ ਅਲੱਗ ਹੁੰਦਾ ਆ। ਸੋ ਆਮ ਤੌਰ ਤੇ ਬਹੁਤੇ ਲੋਕ ਜਨਰਲ ਆਈਲੈਟਸ ਵੱਲ ਭੱਜਦੇ ਨੇ। ਸੋ ਹੁਣ ਇਹ ਵੀ ਆ ਕਿ ਜੇਕਰ ਤੁਸੀਂ ਜਨਰਲ ਆਈਲੈਟਸ ਵੀ ਕਰਦੇ ਹੋ ਤਾਂ ਉਹਦੇ ਤੇ ਵੀ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਜੀ ਪਰ ਨਾਲ ਹੀ ਜਦੋਂ ਹੁਣ ਵਿਦਿਆਰਥੀਆਂ ਦੀ ਗੱਲ ਹੋਈ ਹੈ ਤੇ ਮੌਂਟਰੀਅਲ ਦੇ ਵਿੱਚ ਜੋ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਦੀ ਗੱਲ ਕਰ ਲੈਂਦੇ ਆ। ਵਿਦਿਆਰਥੀਆਂ ਵੱਲੋਂ ਭਵਿੱਖ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ, ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਹੁਣ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਆਪਣੇ ਜੋ ਪ੍ਰੋਟੈਸਟ ਕਰਦੇ ਵਿਦਿਆਰਥੀ ਨਜ਼ਰ ਆਉਣਗੇ। ਇਸ ਬਾਰੇ ਕੀ ਅਪਡੇਟ ਹੈ? ਬਿਲਕੁਲ ਜੀ, ਬਹੁਤ ਵੱਡੀ ਗਿਣਤੀ ਵਿੱਚ ਇਸ ਵਕਤ ਇਹ ਮਾਮਲਾ ਕੈਨੇਡਾ ਦੇ ਵਿੱਚ ਛਾਇਆ ਹੋਇਆ। ਔਰ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਵਿਦਿਆਰਥੀ ਉਹ ਇਸ ਮਾਮਲੇ 'ਚ ਫਸੇ ਹੋਏ ਆ, ਬਹੁਤ ਮਹਿੰਗੀਆਂ ਫੀਸਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ। ਸੋ ਉਹਨਾਂ ਵੱਲੋਂ ਹੁਣ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ। ਮੌਂਟਰੀਅਲ ਵਿੱਚ ਹੁਣ ਤੱਕ 2 ਰੈਲੀਆਂ ਹੋ ਚੁੱਕੀਆਂ ਨੇ। ਸੋ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ, ਇੰਟਰਵਿਊ ਵੀ ਕੀਤੀ। ਸੋ ਦੱਸ ਰਹੇ ਸੀ ਵੀ ਕਿਸ ਤਰੀਕੇ ਨਾਲ ਕੁਝ ਜਿਹੜੇ ਸਟੂਡੈਂਟ ਸੀਗੇ ਉਹਨਾਂ ਦਾ ਆਖਰੀ ਸਮੈਸਟਰ ਸੀਗਾ ਔਰ ਕੁਝ ਕੁ ਨੇ ਤਾਂ ਹੱਲੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਆ ਔਰ ਕੁਝ ਕੁ ਜਿਹੜੇ ਆ ਉਹ ਤਾਂ ਹੱਲੇ ਪੰਜਾਬ ਹੀ ਬੈਠੇ ਆ, ਆਨਲਾਈਨ ਜਾਂ ਕਲਾਸਿਸ ਲਾ ਰਹੇ ਨੇ, ਜਾਂ ਫਿਰ ਹੱਲੇ ਉਹਨਾਂ ਨੇ ਆਪਣੀ ਫੀਸ ਜਿਹੜੀ ਸੀ ਉਹ ਸਬਮਿਟ ਕਰਵਾ ਦਿੱਤੀ ਸੀ, ਸਟੱਡੀ ਹੱਲੇ ਸ਼ੁਰੂ ਨਹੀਂ ਹੋਈ। ਸੋ ਵੱਖਰੇ ਵੱਖਰੇ ਫੇਸ ਤੇ ਸਟੂਡੈਂਟ ਫਸੇ ਹੋਏ ਆ। ਪਰ ਕੁੱਲ ਮਿਲਾ ਕੇ ਜਿਹੜੀ ਇੱਕ ਚੀਜ਼ ਕਾਮਨ ਆ ਕਿ ਉਹਨਾਂ ਦਾ ਫਿਊਚਰ ਜਿਹੜਾ ਇਸ ਵਕਤ ਖਤਰੇ ਵਿੱਚ ਆ, ਕਿਉਂਕਿ ਇੱਕੋ ਵਾਰ ਹੀ ਜਿਹੜਾ ਇੰਨੀ ਮਹਿੰਗੀ ਫੀਸ ਦੇ ਕੇ ਦਾਖਲਾ ਲਿਆ ਜਾਂਦਾ ਆ, ਉਸ ਤੋਂ ਬਾਅਦ ਇੰਨੇ ਪੈਸੇ ਇਕੱਠੇ ਕਰਨੇ ਵੀ ਔਖੇ ਹੁੰਦੇ ਆ। ਚਾਹੇ ਇੱਥੇ ਕੈਨੇਡਾ ਦੀ ਗੱਲ ਕਰ ਲਈਏ, ਚਾਹੇ ਇਸ ਵਕਤ ਜਿਹੜੇ ਵਿਦਿਆਰਥੀ ਭਾਰਤ ਵਿੱਚ ਨੇ ਉਹਨਾਂ ਦੀ ਗੱਲ ਕਰ ਲਈਏ, ਕਿਉਂਕਿ ਅਸੀਂ ਜਾਣਦੇ ਹਾਂ ਕਿਸ ਤਰੀਕੇ ਨਾਲ ਜਿਹੜੇ ਮੁਸ਼ਕਲ ਨਾਲ ਪੈਸੇ ਇਕੱਠੇ ਕਰਕੇ ਬਾਹਰ ਨੂੰ ਜਦੋਂ ਵਿਦਿਆਰਥੀ ਭੇਜੇ ਜਾਂਦੇ ਆ। ਸੋ ਹੁਣ ਹੋਇਆ ਇਹ ਹੈ ਕਿ ਜਦੋਂ ਹੁਣ ਬੈਂਕਰਪਸੀ ਜੋ ਕਿ ਮਾਮਲਾ ਟੈਕਨੀਕਲ ਤੌਰ ਤੇ ਬਹੁਤ ਗੁੰਝਲਦਾਰ ਆ, ਵਿਦਿਆਰਥੀ ਕਈ ਤਰੀਕੇ ਦੇ ਦੋਸ਼ ਜਿਹੜੇ ਨਾ ਤਿੰਨਾਂ ਕਾਲਜਾਂ ਤੇ ਲਾ ਰਹੇ ਨੇ ਔਰ ਕੁਝ ਇਹ ਵੀ ਕਹਿ ਰਹੇ ਨੇ ਕਿ ਕੁਝ ਆਪ ਹੀ ਬੈਂਕਰਪਸੀ ਕਰਕੇ ਕੁਝ ਆਪ ਹੀ ਇੱਕ ਧੜੇ ਵੱਲੋਂ ਸੂਹ ਕੀਤਾ ਗਿਆ ਵਾ। ਸੋ ਉਹਨਾਂ ਲਈ ਕਹਿੰਦੇ ਵਿਨ ਵਿਨ ਸਿਚੁਏਸ਼ਨ ਆ। ਪਰ ਜਿਹੜੀ ਅਸਲ ਦੇ ਵਿੱਚ ਸਮੱਸਿਆ ਸਾਹਮਣੇ ਆ ਰਹੀ ਆ ਉਹ ਇਹ ਆ ਰਹੀ ਆ ਕਿ ਉਹਨਾਂ ਵਿਦਿਆਰਥੀ ਹੁਣ ਕਾਲਜ ਤਾਂ ਹੋਰ ਉਹ ਲੈ ਸਕਦੇ ਆ, ਪਰ ਉਹ ਫੀਸ ਕਿੱਥੋਂ ਲੈ ਕੇ ਆਉਣਗੇ? ਜਿਹੜਾ ਉਹਨਾਂ ਦੇ ਕਈ ਮਿਲੀਅਨ ਡਾਲਰ ਉੱਥੇ ਫਸ ਗਏ ਆ ਉਹ ਕਿਵੇਂ ਨਿਕਲਣਗੇ? ਉਹਨਾਂ ਨੂੰ ਰਿਫੰਡ ਜਿਹੜੇ ਉਹ ਨਹੀਂ ਹੋ ਰਹੇ। ਸੋ ਸਭ ਤੋਂ ਵੱਡੀ ਸਮੱਸਿਆ ਇਹ ਹੈ, ਇੱਕ ਤਾਂ ਸਮਾਂ ਖਰਾਬ ਹੋ ਰਿਹਾ, ਦੂਜੇ ਉਹਨਾਂ ਦੇ ਰਿਫੰਡ ਹੋ ਰਿਹਾ ਔਰ ਸ਼ਾਇਦ ਉੱਥੇ ਕੁਝ ਇਸ ਤਰੀਕੇ ਦੀ ਸਮੱਸਿਆ ਵੀ ਆ ਰਹੀ ਹੈ ਕਿ ਉਹ ਕੰਮ ਵੀ ਨਹੀਂ ਕਰ ਪਾ ਰਹੇ ਨੇ। ਉਹਨਾਂ ਵਿੱਚੋਂ ਕੁਝ ਇਹ ਵੀ ਕਹਿ ਰਹੇ ਨੇ, ਹਾਲਾਂਕਿ ਟੈਕਨੀਕਲ ਕੀ ਰੀਜ਼ਨ ਨੇ ਉਹ ਸ਼ਾਇਦ ਕੋਈ ਮਾਹਰ ਹੀ ਦੱਸ ਸਕਦਾ ਹੈ ਜਾਂ ਉਹ ਵਿਦਿਆਰਥੀ ਖੁਦ ਦੱਸ ਸਕਦੇ ਆ। ਔਰ ਉਹਨਾਂ ਦੀ ਇੱਕ ਇੰਟਰਵਿਊ ਸਾਡੇ ਪਈ ਵੀ ਹੋਈ ਆ, ਜੇਕਰ ਤੁਸੀਂ ਮੌਂਟਰੀਅਲ
ਇੰਟਰਨੈਸ਼ਨਲ ਸਟੂਡੈਂਟਸ ਇਸ਼ੂ ਸਰਚ ਕਰਕੇ ਟੀਵੀ ਪੰਜਾਬ ਕਰੋਗੇ ਤਾਂ ਤੁਸੀਂ ਉੱਤੇ ਪੂਰਾ ਮਾਮਲਾ ਵੀ ਸਾਡੇ ਦਰਸ਼ਕ ਸੁਣ ਸਕਦੇ ਨੇ। ਸੋ ਇਹਦੇ ਵਿੱਚ ਹੁਣ ਇੱਥੇ ਜਿਹੜੇ ਐਮਪੀ ਨੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜੇ ਪੰਜਾਬੀ ਮੂਲ ਦੇ ਐਮਪੀ ਨੇ ਉਹਨਾਂ ਨੂੰ ਤੋਂ ਗੁਹਾਰ ਲਈ ਜਾ ਰਹੀ ਆ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਮਾਮਲਾ ਆ ਉਹ ਕਿਊਬਕ ਦੀ ਜਿਹੜੀ ਸਰਕਾਰ ਆ ਉਹਦੇ ਅੰਡਰ ਆਉਂਦਾ ਆ। ਫੈਡਰਲ ਸਰਕਾਰ ਸ਼ਾਇਦ ਇਹ 'ਚ ਕੁਛ ਨਹੀਂ ਜ਼ਿਆਦਾ ਕਰ ਸਕਦੀ। ਸੋ ਕਹਿੰਦੇ ਕਿ ਜਿਹੜੇ ਉੱਥੇ ਤੁਸੀਂ ਪ੍ਰੋਟੈਸਟ ਕਰੋ ਜਾ ਕੇ, ਜਾਂ ਉੱਥੇ ਜਿਹੜੇ ਐਮਐਲਏ ਆ ਉਹ ਕਿਊਬਕ ਸਰਕਾਰ ਦੇ ਅੰਡਰ ਇਹ ਕਾਲਜ ਆਉਂਦਾ ਆ। ਸੋ ਇਸ ਤਰੀਕੇ ਨਾਲ ਬਹੁਤ ਮਾਮਲਾ ਉਲਝਿਆ ਹੋਇਆ, ਪਰ ਇੰਨਾ ਜ਼ਰੂਰ ਹੈ ਕਿ ਇਸ ਮਾਮਲੇ ਨੇ ਹੁਣ ਕਾਫੀ ਜ਼ੋਰ ਫੜ ਲਿਆ ਵਾ। ਬਹੁਤ ਸਾਰੇ ਮੀਡੀਆ ਅਦਾਰੇ ਵੀ ਹੁਣ ਇਸ ਉੱਤੇ ਗੱਲਬਾਤ ਕਰ ਰਹੇ ਨੇ, ਔਰ ਇਹਦੇ ਨਾਲ ਸਰੀ ਵਿੱਚ ਵੀ ਇਸ ਮਾਮਲੇ 'ਚ ਇੱਕ ਪ੍ਰੋਟੈਸਟ ਹੋ ਰਿਹਾ। ਪ੍ਰੋਟੈਸਟ ਕਿਊਬਕ ਵਿੱਚ ਮੌਂਟਰੀਅਲ 'ਚ ਵੀ ਹੋ ਰਹੇ ਨੇ, ਪ੍ਰੋਟੈਸਟ ਟੋਰਾਂਟੋ ਵੀ ਹੋਣਗੇ, ਬਰੈਂਪਟਨ ਵੀ ਹੋਣਗੇ, ਤੇ ਸਰੀ 'ਚ ਵੀ ਇਸ ਐਤਵਾਰ ਜਿਹੜਾ ਇਸ ਮਾਮਲੇ 'ਚ ਇੱਕ ਪ੍ਰੋਟੈਸਟ ਹੋ ਰਿਹਾ। ਸੋ ਦੇਖਦੇ ਆ ਕੀ ਨਿਬੜਦੀ ਆ, ਪਰ ਇਹ ਹੈ ਕਿ ਇਸ ਵਕਤ ਵਿਦਿਆਰਥੀ ਜਿਹੜੇ ਬੜੀ ਕਸੂਤੀ ਸਥਿਤੀ 'ਚ ਫਸੇ ਹੋਏ ਨੇ। ਜੀ, ਪਰ ਹੁਣ ਮਨਦੀਪ ਜੀ ਗੱਲ ਕਰ ਲੈਂਦੇ ਆ ਸਪਾਊਸ ਵੀਜ਼ਾ ਵਾਲਿਆਂ ਦੀ। ਲਗਾਤਾਰ ਸਵਾਲ ਜਿਹੜਾ ਇਸ ਨੂੰ ਲੈ ਕੇ ਪੁੱਛਿਆ ਜਾਂਦਾ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕਾਫੀ ਸਮਾਂ ਹੋ ਗਿਆ ਉਹਨਾਂ ਨੂੰ ਇਸ ਵੀਜ਼ਾ ਲਈ ਅਪਲਾਈ ਕੀਤੇ, ਪਰ ਇਸ ਦੇ ਉੱਪਰ ਕੋਈ ਵੀ ਫੈਸਲਾ ਜਿਹੜਾ ਹੈ ਉਹ ਨਹੀਂ ਸੁਣਾਇਆ ਜਾ ਰਿਹਾ। ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਸੰਕੇਤ ਦਿੱਤਾ ਗਿਆ ਸੀ ਕਿ ਉਹ ਕੁਝ ਖਾਸ ਜਿਹੜਾ ਕਦਮ ਹੈ ਚੁੱਕਣਗੇ। ਅੱਜ ਇਸ ਤਰ੍ਹਾਂ ਦਾ ਐਲਾਨ ਵੀ ਹੋਇਆ, ਤੇ ਕੀ ਹੁਣ ਜਿਹੜਾ ਇਹ ਸਪਾਊਸ ਵੀਜ਼ਾ ਵਾਲਿਆਂ ਲਈ ਕੀਤਾ ਜਾ ਰਿਹਾ ਹੈ? ਬਿਲਕੁਲ ਜੀ, ਹਾਲਾਂਕਿ ਉਹਦੇ ਵਿੱਚ ਹਾਲੇ ਵੀ ਪ੍ਰਮੁੱਖ ਐਲਾਨ ਜੇ ਆਪਾਂ ਮੰਨੀਏ ਤਾਂ ਇਹੀ ਆ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮਾਰਚ ਐਂਡ ਤੱਕ ਜਿਹੜੀ ਅਸੀਂ 1,47,000 ਜਿਹੜੀ ਪੀਆਰ ਦੀ ਫਾਈਲ ਆ ਅਪਰੂਵ ਕਰਨੀ ਆ। ਸੋ ਇਹਦਾ ਮਤਲਬ ਇਹ ਆ ਕਿ 1,47,000 ਤੋਂ ਵੱਧ ਜਿਹੜੀਆਂ ਉਹ ਨਿਪਟਾਈਆਂ ਜਾਣਗੀਆਂ। ਉਹ 'ਚੋਂ 1,47,000 ਨੰਬਰ ਉਹ ਦੱਸਿਆ ਜਾ ਰਿਹਾ ਜਿਹੜੀਆਂ ਅਪਰੂਵ ਹੋਣਗੀਆਂ, ਜਿਹਨੂੰ ਪੀਆਰ ਦਿੱਤੀ ਜਾਵੇਗੀ। ਸੋ ਉਹ 'ਚ ਉਮੀਦ ਕਰਦੇ ਆ ਵੀ ਕਾਫੀ ਬੈਕਲੌਗ ਜਿਹੜਾ ਆ ਮਾਫ ਕਰਨਾ ਉਹ ਕਲੀਅਰ ਹੋ ਜਾਏਗਾ। ਸੋ ਉਹਦੇ ਵਿੱਚ ਹੁਣ ਜੇਕਰ ਅਸੀਂ ਗੱਲ ਕਰੀਏ ਇੱਕ ਨਵਾਂ ਹੋਰ, ਕਿਉਂਕਿ ਫਰਸਟ੍ਰੇਸ਼ਨ ਬਹੁਤ ਹੋ ਜਾਂਦੀ ਆ ਜਦੋਂ ਤੁਸੀਂ ਉਡੀਕ ਕਰਦੇ ਹੋ ਜਿਹੜਾ ਤੈਅ ਸਮਾਂ ਆ, ਕਿਉਂਕਿ ਆਮ ਤੌਰ ਤੇ ਜਿਹੜਾ ਸਪਾਊਸਲ ਕੇਸ ਜੇਕਰ ਕੋਈ ਇੱਥੇ ਵਿਅਕਤੀ ਪੀਆਰ ਆ ਤੇ ਉਹਦਾ ਸਪਾਊਸ ਇੰਡੀਆ 'ਚ ਆ ਤਾਂ 10 ਤੋਂ 12 ਮਹੀਨੇ ਦਾ ਆਮ ਤੌਰ ਤੇ ਜਿਹੜੀ ਉਹਦੀ ਟਾਈਮਲਾਈਨ ਦੱਸੀ ਜਾਂਦੀ ਆ। ਪਰ ਇਸ ਵਕਤ ਉਹ ਤੋਂ ਕਿਤੇ ਵੱਧ ਸਮਾਂ ਲੱਗ ਰਿਹਾ, ਕਿਉਂਕਿ ਕੋਵਿਡ ਆ ਗਿਆ ਸੀਗਾ, ਉਹੀ ਕਾਰਨ ਦੱਸਿਆ ਜਾ ਰਿਹਾ। ਹੁਣ ਇੱਕ ਨਵਾਂ ਪੋਰਟਲ ਜਿਹੜਾ ਵਾ, ਇੱਕ ਨਵਾਂ ਜਿਹੜਾ ਟਰੈਕਿੰਗ ਜਿਹੜਾ ਅਸੀਂ ਸੌਫਟਵੇਅਰ ਕਹਿ ਸਕਦੇ ਹਾਂ ਜਾਂ ਪੋਰਟਲ ਕਹਿ ਲਓ, ਉਹ ਜਿਹੜਾ ਵਾ ਇੱਕ ਲਾਂਚ ਕੀਤਾ ਹੈ ਇਸ ਫਰਵਰੀ ਦੇ ਵਿੱਚ, ਜਿਹੜਾ ਸ਼ਾਇਦ ਕੱਲ ਤੋਂ ਜਿਹੜਾ ਹੋਂਦ ਵਿੱਚ ਆ ਗਿਆ। ਔਰ ਉਹਦੇ ਉੱਤੇ ਹੁਣ ਇਹ ਹੈ ਕਿ ਜੇਕਰ ਕਿਸੇ ਨੇ ਕੋਈ ਸਪਾਊਸ ਫਾਈਲ ਲਈ ਆ ਜਾਂ ਉਹਦੇ ਨਾਲ ਕੋਈ ਹੋਰ ਡਿਪੈਂਡੈਂਟ ਨੇ, ਬੱਚੇ ਨੇ, ਫੈਮਿਲੀ ਆ, ਤਾਂ ਉਹ ਆਪਣਾ ਉਹਦੇ ਵਿੱਚ ਅਕਾਊਂਟ ਕ੍ਰੀਏਟ ਕਰਕੇ ਜਾਂ ਉਹਦੇ ਵਿੱਚ ਆਪਣੀ ਇਨਫੋਰਮੇਸ਼ਨ ਪਾ ਕੇ ਹੁਣ ਆਪਣੀ ਫਾਈਲ ਨੂੰ ਟਰੈਕ ਜਿਹੜਾ ਉਹ ਕਰ ਸਕਦੇ ਨੇ ਕਿ ਉਹਨਾਂ ਦੀ ਫਾਈਲ ਇਸ ਵਕਤ ਕਿੱਥੇ ਪਹੁੰਚੀ ਆ, ਉਹਨਾਂ ਦਾ ਮੈਡੀਕਲ ਪਾਸ ਹੋ ਗਿਆ, ਉਹਨਾਂ ਦੇ ਫਿੰਗਰਪ੍ਰਿੰਟ ਹੋ ਗਏ ਨੇ, ਜਾਂ ਉਹਨਾਂ ਦਾ ਬੈਕਗਰਾਉਂਡ ਚੈੱਕ ਹੋ ਰਿਹਾ ਜਾਂ ਨਹੀਂ ਹੋ ਰਿਹਾ, ਜਾਂ ਕੇਸ ਸਿਚੁਏਸ਼ਨ ਉੱਤੇ ਕੇਸ ਮੋੜ ਤੇ ਜਾ ਕੇ ਉਹਨਾਂ ਦੀ ਫਾਈਲ ਆ ਔਰ ਕਦੋਂ ਤੱਕ ਉਮੀਦ ਰੱਖੀ ਜਾ ਸਕਦੀ ਹੈ ਕਲੀਅਰ ਹੋ ਜੂਗੀ। ਸੋ ਹੁਣ ਜਿਹੜੀ ਟਰੈਕ ਹੈ, ਜਿਵੇਂ ਕਿ ਆਪਾਂ ਕੋਈ ਡਿਲੀਵਰੀ ਆਰਡਰ ਜਿਹੜਾ ਉਹ ਟਰੈਕ ਕਰਦੇ ਆ ਵੀ ਕਿੱਥੇ ਆ ਗਿਆ, ਉੱਦਾਂ ਦਾ ਇੱਕ ਸਿਸਟਮ ਜਿਹੜਾ ਹੁਣ ਸ਼ੁਰੂ ਕੀਤਾ ਗਿਆ, ਪੋਰਟਲ ਸ਼ੁਰੂ ਕੀਤਾ ਗਿਆ। ਸੋ ਸਰਕਾਰ ਹੋਰਨਾਂ ਮਾਮਲਿਆਂ ਵਿੱਚ ਵੀ ਕੋਸ਼ਿਸ਼ ਕਰ ਰਹੀ ਹੈ, ਜਿਹੜੇ ਪੀਆਰ ਦੇ ਹੋਰ ਮਾਮਲੇ ਉਹਨਾਂ ਵਿੱਚ ਵੀ ਜਿਹੜਾ ਵਾ ਇਹ, ਹਾਲਾਂਕਿ ਹੱਲੇ ਕਿਉਂਕਿ ਨਵਾਂ ਪੋਰਟਲ ਆ, ਇਹਦੇ ਸੰਬੰਧੀ ਕੁਝ ਸਵਾਲ ਵੀ ਹੈਗੇ ਨੇ ਕਿ ਇਹ 'ਚ ਸਿਰਫ ਸਪਾਊਸਲ ਵਾਲੇ ਜਾਂ ਨਾਰਮਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ, ਹੱਲੇ ਇਹਦੇ ਸੰਬੰਧੀ ਅਸੀਂ ਕਿਸੇ ਮਾਹਰ ਨਾਲ ਗੱਲ ਕਰਕੇ ਜ਼ਰੂਰ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਵਾਂਗੇ। ਪਰ ਇੰਨਾ ਸਪਸ਼ਟ ਹੈ ਕਿ ਸਪਾਊਸਲ ਨੂੰ ਜ਼ਿਆਦਾ ਮੈਂਸ਼ਨ ਕੀਤਾ ਜਾ ਰਿਹਾ ਕਿ ਜਿਹੜੇ ਸਪਾਊਸਲ ਕੇਸ ਨੇ ਜਾਂ ਜਿਹੜੇ ਡਿਪੈਂਡੈਂਟ ਨੇ ਨਾਲ ਹੋਰ ਫੈਮਿਲੀ ਕਲਾਸ ਕੇਸ ਨੇ, ਉਹ ਜਿਹੜੇ ਜ਼ਰੂਰ ਆਪਣਾ ਹੁਣ ਫਾਈਲ ਦਾ ਸਟੇਟਸ ਜਿਹੜਾ ਵਾ ਇਸ ਪੋਰਟਲ ਦੇ ਵਿੱਚ ਜਿਹੜਾ ਵਾ ਉਹ ਟਰੈਕ ਕਰ ਸਕਦੇ ਨੇ। ਜੀ ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਟਰੱਕ ਵਾਲਿਆਂ ਦੀ ਗੱਲ ਕਰਦੇ ਹਾਂ। ਆਟਵਾ ਵਿੱਚ ਕਾਫੀ ਦਿਨ ਹੋ ਗਏ ਨੇ, ਪ੍ਰੋਟੈਸਟ ਲਗਾਤਾਰ ਇੱਥੇ ਜਾਰੀ ਹੈ। ਕੀ ਸਥਿਤੀ ਇੱਥੇ ਮੌਜੂਦਾ ਸਮੇਂ ਸਾਹਮਣੇ ਆ ਰਹੀ ਹੈ, ਕੀ ਅਪਡੇਟ ਦੱਸੀ ਜਾ ਰਹੀ ਹੈ? ਜੀ ਬਿਲਕੁਲ ਜੀ, ਪ੍ਰੋਟੈਸਟ ਨੂੰ ਹੁਣ 7-8 ਦਿਨ ਜਿਹੜੇ ਹੋ ਗਏ ਨੇ। ਪਿਛਲੇ ਵੀਕਐਂਡ ਜਿਹੜਾ ਸੀ ਸ਼ਨੀਵਾਰ ਇਹ ਉੱਥੇ ਪਹੁੰਚ ਗਿਆ ਸੀਗਾ ਤੇ ਅੱਜ ਸ਼ੁੱਕਰਵਾਰ ਹੋ ਗਿਆ, ਕੱਲ੍ਹ ਨੂੰ ਪੂਰੇ ਜਿਹੜੇ 8 ਦਿਨ ਹੋ ਜਾਣੇ ਨੇ। ਸੋ ਹੁਣ ਜੇਕਰ ਅਸੀਂ ਦੇਖੀਏ ਤਾਂ ਹਾਲਾਂਕਿ 250 ਦੀ ਗਿਣਤੀ 'ਚ ਜੋ ਪੁਲਿਸ ਵੱਲੋਂ ਦੱਸੇ ਜਾ ਰਹੇ ਵੀ ਟਰੱਕ ਇੱਥੇ ਹੈਗੇ ਆ, ਪਰ ਹੁਣ ਇਹ ਸੰਭਾਵਨਾ ਜਤਾਈ ਜਾ ਰਹੀ ਆ ਕਿ ਵੀਕਐਂਡ ਤੇ ਕੁਝ ਹੋਰ ਜਿਹੜੇ ਉਹ ਪ੍ਰੋਟੈਸਟ ਕਰਨ ਲਈ ਲੋਕ ਪਹੁੰਚ ਸਕਦੇ ਨੇ, ਹੋਰ ਟਰੱਕ ਆ ਸਕਦੇ ਨੇ, ਹੋਰ ਵੱਡੀ ਗਿਣਤੀ 'ਚ ਲੋਕ ਆ ਸਕਦੇ ਨੇ। ਸੋ ਉਹਦੇ ਲਈ ਜਿਹੜੀ ਪੁਲਿਸ ਆ ਉੱਥੇ ਉਹਨੇ ਆਪਣੇ ਹੋਰ ਆਫੀਸਰ ਜਿਹੜੇ ਆ ਤੈਨਾਤ ਕਰਤੇ ਨੇ। ਔਰ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਆ ਕਿ ਅਸੀਂ ਜਦ ਤੱਕ ਮੈਂਡੇਟ ਨਹੀਂ ਹਟਦਾ ਵੈਕਸੀਨ ਦਾ, ਮਾਸਕ ਦਾ, ਉਦੋਂ ਤੱਕ ਅਸੀਂ ਨਹੀਂ ਜਾਵਾਂਗੇ ਅੰਦਰ। ਪਾਰਲੀਮੈਂਟ ਦੀ ਇਸੇ ਦੌਰਾਨ ਕਾਰਵਾਈ ਵੀ ਜਿਹੜੀ ਉਹ ਚੱਲ ਰਹੀ ਆ। ਜਿਹੜੇ ਹੁਣ ਨਵੇਂ ਲੀਡਰ ਆਏ ਨੇ, ਕੰਜ਼ਰਵੇਟਿਵ ਦੇ ਕਾਰਜਕਾਰੀ ਲੀਡਰ ਬਣੇ ਨੇ, ਉਹਨਾਂ ਨੇ ਵੀ ਕਿਤੇ ਨਾ ਕਿਤੇ ਜਿਹੜਾ ਉਹ ਸਮਰਥਨ ਕੀਤਾ। ਉਹ ਕਹਿੰਦੇ ਵੀ ਕੁਝ ਚੰਗੇ ਲੋਕ ਵੀ ਹੈਗੇ ਨੇ, ਕੁਝ ਮਾੜੇ ਵੀ ਹੋਣਗੇ, ਕਿਉਂਕਿ ਕੁਝ ਘਟਨਾਵਾਂ ਇਸ ਤਰੀਕੇ ਦੀਆਂ ਹੋਈਆਂ ਸੀਗੀਆਂ, ਪਰ ਕਿਤੇ ਨਾ ਕਿਤੇ ਉਹਨਾਂ ਨੇ ਰਲਮਾ ਮਿਲਮਾ ਜਿਹਾ ਸਮਰਥਨ ਦਿੱਤਾ ਆ
ਕੰਜ਼ਰਵੇਟਿਵ ਇਸ ਮਾਮਲੇ ਤੇ ਜਿਹੜੀ ਉਹ ਦੋਨੇ ਪਾਸੇ ਹੋਈ ਨਜ਼ਰ ਆ ਰਹੀ ਹੈ। ਇਸ ਵਕਤ ਕੁਝ ਹੱਕ 'ਚ ਨੇ, ਕੁਝ ਵਿਰੋਧ 'ਚ ਨੇ। ਪਰ ਜੇਕਰ ਅਸੀਂ ਪ੍ਰੋਟੈਸਟ ਦੀ ਗੱਲ ਕਰੀਏ ਤਾਂ ਅਸੀਂ ਇੱਕ ਇਹ ਵੀ ਤਸਵੀਰ ਦੇਖੀ ਸੀ ਕਿ ਇੱਕ ਉੱਥੇ ਲੱਕੜ ਦਾ ਸਟਰਕਚਰ ਜਿਹੜਾ ਵਾ ਉਹ ਖੜਾ ਕੀਤਾ ਜਾ ਰਿਹਾ ਵਾ, ਪੱਕੇ ਤੌਰ ਤੇ ਮੋਰਚਾ ਬਣਾਇਆ ਜਾ ਰਿਹਾ ਉੱਥੇ। ਸੋ ਪੁਲਿਸ ਵੱਲੋਂ ਹਾਲਾਂਕਿ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾ ਇਸ ਪ੍ਰੋਟੈਸਟ ਨੂੰ ਵੀਕ ਕੀਤਾ ਜਾਵੇ ਜਾਂ ਇਹਨੂੰ ਇੱਥੋਂ ਹਟਾਇਆ ਜਾਵੇ ਜਾਂ ਲੋਕਾਂ ਨੂੰ ਨਾਲ ਨੈਗੋਸ਼ੀਏਸ਼ਨ ਕੀਤੀ ਜਾਵੇ। ਸੋ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਵੱਡੇ ਵੱਡੇ ਲੀਡਰ ਸਾਰੇ ਕਹਿ ਚੁੱਕੇ ਨੇ ਕਿ ਇੱਥੋਂ ਜਿਹੜਾ ਵਾ ਹੁਣ ਲੋਕ ਚਲੇ ਜਾਣ ਤੇ ਚੰਗੀ ਗੱਲ ਆ। ਪਰ ਲੱਗਦਾ ਕਿ ਇਸ ਵੀਕਐਂਡ ਤੇ ਜਿਹੜਾ ਉਹ ਕਾਫੀ ਕੁਝ ਹੋਣ ਵਾਲਾ ਆ, ਕਿਉਂਕਿ ਟੋਰਾਂਟੋ ਦੇ ਵਿੱਚ ਵੀ ਪ੍ਰੋਟੈਸਟਰ ਪਹੁੰਚ ਰਹੇ ਨੇ। ਹੋ ਸਕਦਾ ਟੋਰਾਂਟੋ ਦੇ ਵਿੱਚ ਵੀ ਜਿਹੜਾ ਉਹ ਇਸ ਵੀਕਐਂਡ ਤੇ ਜਿਹੜਾ ਉਹ ਪ੍ਰੋਟੈਸਟ ਹੋਵੇ। ਕੁਝ ਲੋਕ ਕੁਈਨਸ ਪਾਰਕ ਪਹੁੰਚ ਵੀ ਚੁੱਕੇ ਨੇ, ਆਪਣੇ ਵਾਹਨ ਉੱਥੇ ਖੜੇ ਨੇ, ਫਰੀडम ਉਹਨਾਂ ਤੇ ਲਿਖਿਆ ਹੋਇਆ। ਮੈਨੀਟੋਬਾ ਦੀ ਜਿਹੜੀ ਇਸ ਵਕਤ ਅਸੈਂਬਲੀ ਆ ਉਹਦੇ ਬਾਹਰ ਜਿਹੜਾ ਪ੍ਰਦਰਸ਼ਨ ਹੋ ਰਿਹਾ ਵਾ। ਉਧਰ ਅਲਬਰਟਾ ਦੇ ਬਾਰਡਰ ਤੇ ਪ੍ਰਦਰਸ਼ਨ ਹੋ ਰਿਹਾ, ਉਹ ਪਤਾ ਨਹੀਂ ਕਦੋਂ ਖਤਮ ਹੋਣਾ ਆ। ਹਾਲਾਂਕਿ ਕੱਲ ਖਬਰ ਆਈ ਸੀ ਕਿ ਇੱਕ ਲੇਨ ਉਹਨਾਂ ਨੇ ਖੋਲ੍ਹਤੀ ਆ, ਪਰ ਫਿਰ ਵੀ ਉੱਥੇ ਲੋਕ ਹੱਲੇ ਜਿਹੜੇ ਉਹ ਸੜਕਾਂ ਬੰਦ ਕਰਕੇ ਬੈਠੇ ਨੇ। ਸੋ ਇਸ ਵੀਕਐਂਡ ਤੇ ਇਸ ਜਿਹੜਾ ਪ੍ਰਦਰਸ਼ਨ ਆ ਇਹਦਾ ਕਾਫੀ ਫੈਲਾਵ ਹੋ ਸਕਦਾ ਆ, ਜਿਹਦੀ ਤਿਆਰੀ ਵੀ ਕੀਤੀ ਜਾ ਰਹੀ ਆ। ਸੋ ਮੈਨੀਟੋਬਾ ਦੇ ਵਿੱਚ ਅਸੀਂ ਅੱਜ ਦੇਖ ਸਕਦੇ ਉੱਥੇ ਕਾਫੀ ਲੋਕ ਇਕੱਠੇ ਹੋਏ ਨੇ। ਟੋਰਾਂਟੋ ਦੇ ਵਿੱਚ ਵੀ ਕੱਲ ਨੂੰ ਹੋ ਸਕਦਾ ਕਿ ਕਾਫੀ ਪ੍ਰਦਰਸ਼ਨ ਹੋਵੇ। ਹੋ ਸਕਦਾ ਹੋਰ ਤਾਂ ਕੈਨੇਡਾ ਦੇ ਸ਼ਹਿਰਾਂ ਵਿੱਚ ਵੀ ਜਿਹੜੇ ਵੈਕਸੀਨ ਦਾ ਵਿਰੋਧ ਕਰ ਰਹੇ ਲੋਕ ਨੇ, ਜਾਂ ਜਿਹੜੇ ਇਹ ਮਾਸਕ ਕਈ ਥਾਵਾਂ ਤੇ ਜਿਹੜਾ ਜ਼ਰੂਰੀ ਕੀਤਾ ਗਿਆ, ਜਾਂ ਜਿਹੜੇ ਵੈਕਸੀਨ ਮੈਂਡੇਟ ਕੀਤੇ ਹੋਏ ਆ, ਸੋ ਇਹ ਸਾਰੇ ਲੋਕ ਕੱਲ ਨੂੰ ਜਾਂ ਵੀਕਐਂਡ ਤੇ ਬਾਹਰ ਨਿਕਲ ਸਕਦੇ ਨੇ ਤੇ ਹੋਰ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਹੋ ਸਕਦਾ ਹੈ। ਜੀ, ਪਰ ਮਨਦੀਪ ਜੀ ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਓਟਵਾ ਵਿੱਚ ਇਸ ਵੀਕਐਂਡ 2 ਪ੍ਰੋਟੈਸਟ ਜਿਹੜੇ ਹੋਣਗੇ। ਪੁਲਿਸ ਵੱਲੋਂ ਵੀ ਇਸ ਬਾਰੇ ਜਾਣਕਾਰੀ ਦੱਸੀ ਜਾ ਰਹੀ ਹੈ। ਹੁਣ ਪੁਲਿਸ ਇਸ ਬਾਰੇ ਕੀ ਕਹਿ ਰਹੀ ਹੈ? ਬਿਲਕੁਲ ਜੀ, ਇਹ ਖਬਰ ਪਹਿਲਾਂ ਵੀ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਹੜੇ ਲੋਕ ਉੱਥੇ ਇਸ ਵਕਤ ਪਰੇਸ਼ਾਨ ਹੋ ਰਹੇ ਨੇ। ਔਰ ਕਿਉਂਕਿ ਜੇਕਰ ਅਸੀਂ ਅੰਕੜੇ ਦੇਖੀਏ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਕੈਨੇਡਾ ਦੇ ਲੋਕ ਨੇ ਵੈਕਸੀਨ ਲਵਾ ਚੁੱਕੇ ਨੇ। ਲਗਭਗ 90% ਦੇ ਆਸ-ਪਾਸ ਲੋਕਾਂ ਨੇ ਵੈਕਸੀਨ ਲਗਵਾਈ ਆ, ਚਾਹੇ ਉਹ ਆਮ ਲੋਕ ਹੋਣ, ਕਿਸੇ ਹੋਰ ਕੰਮਾਂ ਕਾਰਾਂ 'ਚ ਹੋਣ, ਚਾਹੇ ਉਹ ਟਰੱਕ ਡਰਾਈਵਰ ਵੀ ਹੋਣ। ਉਹ ਵੀ ਸਰਕਾਰ ਦਾਅਵਾ ਕਰ ਰਹੀ ਹੈ ਕਿ 90% ਜਿਹੜੇ ਟਰੱਕ ਡਰਾਈਵਰ ਨੇ ਉਹ ਵੈਕਸੀਨੇਟ ਨੇ, ਫੁੱਲੀ ਵੈਕਸੀਨੇਟ ਨੇ। ਸੋ ਹੁਣ ਕਿਉਂਕਿ ਓਟਵਾ ਇਸ ਵਕਤ ਡਾਊਨਟਾਊਨ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੀਆਂ ਦੁਕਾਨਾਂ ਹੱਲੇ ਵੀ ਬੰਦ ਨੇ। ਜਿਹੜੀਆਂ ਸਟਰੀਟਾਂ ਤੇ ਟਰੱਕ ਖੜੇ ਨੇ ਉਹ ਸਟਰੀਟਾਂ ਬੰਦ ਨੇ। ਔਰ ਉੱਥੇ ਜਿਹੜਾ ਵਾ ਜਿਹੜੇ ਸਥਾਨਕ ਲੋਕ ਆ ਉਹਨਾਂ ਨੂੰ ਸਮੱਸਿਆ ਆ ਰਹੀ ਹੈ, ਕਿਉਂਕਿ ਹੌਰਨ ਵਜਾ ਕੇ ਵਿਰੋਧ ਕੀਤਾ ਜਾ ਰਿਹਾ। ਜਦੋਂ ਹੌਰਨ ਵੱਜਦੇ ਨੇ ਤਾਂ ਉਹਦੀ ਆਵਾਜ਼ ਵੀ ਦੂਰ ਤੱਕ ਜਾਂਦੀ ਆ। ਸੋ ਹੁਣ ਸਥਾਨਕ ਲੋਕਾਂ ਨੇ ਪਹਿਲਾਂ ਵੀ ਪਲਾਨ ਕੀਤਾ ਸੀਗਾ ਕਿ ਅਸੀਂ ਇਹਨਾਂ ਦੇ ਵਿਰੋਧ ਵਿੱਚ ਜਿਹੜਾ ਹੁਣ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਦੇ ਵਿਰੋਧ ਵਿੱਚ ਉੱਥੇ ਇੱਕ ਸਾਹਮਣੇ ਉਹਨਾਂ ਦੇ ਪ੍ਰਦਰਸ਼ਨ ਕਰਾਂਗੇ, ਪਰ ਉਹਦੀ ਮਨਜ਼ੂਰੀ ਪਹਿਲਾਂ ਨਹੀਂ ਮਿਲੀ ਸੀ। ਹੁਣ ਵੀ ਇਹ ਪੁਲਿਸ ਵੱਲੋਂ ਜਿਹੜੀ ਉਹ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਸ਼ਾਇਦ ਹੱਲੇ ਵੀ ਪਲੈਨਿੰਗ ਹੋ ਰਹੀ ਆ ਕਿ ਇਸ ਵੀਕਐਂਡ ਤੇ ਪ੍ਰਦਰਸ਼ਨ ਦੇ ਖਿਲਾਫ ਪ੍ਰਦਰਸ਼ਨ ਹੋ ਸਕਦਾ ਆ। ਜਿਹੜੇ ਲੋਕ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਉੱਥੋਂ, ਕਿਉਂਕਿ ਉਹਨਾਂ ਕਰਕੇ ਲੋਕ ਜਿਹੜੇ ਹੋਰ ਤੰਗ ਹੋ ਰਹੇ ਨੇ, ਉਹ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਸਕਦੇ ਨੇ। ਸੋ ਇਹਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਗਈ ਸੀ ਕਿ ਹਾਲਾਤ ਵਿਗੜ ਵੀ ਸਕਦੇ ਨੇ। ਖੈਰ ਦੇਖਦੇ ਹਾਂ ਪੁਲਿਸ ਕਿਸ ਤਰੀਕੇ ਨਾਲ ਹੈਂਡਲ ਕਰਦੀ ਹੈ, ਕਿਉਂਕਿ ਪੁਲਿਸ ਉੱਥੇ ਆਪਣੀ ਪੈਟਰੋਲਿੰਗ ਵਧਾ ਰਹੀ ਹੈ, ਗਿਣਤੀ ਵਧਾ ਰਹੀ ਹੈ। ਹੋ ਸਕਦਾ ਕਿ ਜੇ ਪ੍ਰਦਰਸ਼ਨ ਹੁੰਦਾ ਵੀ ਆ ਤਾਂ ਇਹਨਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਿਆ ਜਾਵੇ, ਔਰ ਇਹ ਵੀ ਹੋ ਸਕਦਾ ਕਿ ਇਸ ਪ੍ਰਦਰਸ਼ਨ ਦੀ ਸ਼ਾਇਦ ਮਨਜ਼ੂਰੀ ਨਾ ਮਿਲੇ। ਸੋ ਦੇਖਦੇ ਹਾਂ ਕੀ ਬਣਦਾ, ਪਰ ਜਾਣਕਾਰੀ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਪ੍ਰਦਰਸ਼ਨ ਦੇ ਵਿਰੋਧ 'ਚ ਪ੍ਰਦਰਸ਼ਨ ਹੋ ਸਕਦਾ ਹੈ। ਜੀ, ਤੇ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਕੈਨੇਡਾ ਦੀ ਆਰਥਿਕਤਾ ਦੇ ਨਾਲ ਜੁੜੀ ਹੋਈ। ਪਹਿਲਾਂ ਹੌਲੀ-ਹੌਲੀ ਕਰਕੇ ਆਰਥਿਕਤਾ ਸੁਧਰਦੀ ਹੋਈ ਦਿਖਾਈ ਦੇ ਰਹੀ ਸੀ ਸਟੈਟਿਸਟਿਕਸ ਕੈਨੇਡਾ ਵੱਲੋਂ, ਜਿਸ ਤਰ੍ਹਾਂ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਸਨ। ਪਰ ਇੱਕ ਵਾਰ ਫਿਰ ਤੋਂ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਆਰਥਿਕਤਾ ਦੇ ਵਿੱਚ ਨੌਕਰੀਆਂ ਐਡ ਨਹੀਂ ਹੋਈਆਂ, ਬਲਕਿ ਨੌਕਰੀਆਂ ਜਿਹੜੀਆਂ ਸੀ ਉਹ ਚਲੀਆਂ ਗਈਆਂ। ਸੋ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਕਿਉਂਕਿ ਨੌਕਰੀਆਂ ਦਾ ਇਹ ਹੋਇਆ ਜੀ, ਕਿਉਂਕਿ ਜਿਸ ਤਰੀਕੇ ਨਾਲ ਵੱਖ-ਵੱਖ ਸੂਬਿਆਂ ਨੇ ਜਿਹੜੀਆਂ ਪਾਬੰਦੀਆਂ ਲਾਈਆਂ ਸੀ, ਬਾਰ ਵਗੈਰਾ ਬੰਦ ਕਰ ਦਿੱਤੇ ਸੀਗੇ ਜਾਂ ਹੋਰ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਸੀ, ਉਹਦੇ ਕਰਕੇ ਜਦੋਂ ਕੁਝ ਬਿਜ਼ਨਸ ਜਿਹੜੇ ਉਹ ਕਲੋਜ਼ ਹੁੰਦੇ ਆ, ਜਿਹੜੇ ਨਾਨ ਅਸੈਂਸ਼ੀਅਲ ਆ, ਉਹਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਦੀਆਂ ਨੌਕਰੀਆਂ ਜਾਂਦੀਆਂ ਨੇ। ਸੋ ਉਦੋਂ ਫਿਰ ਸਰਕਾਰ ਨੇ ਕੁਝ ਪ੍ਰੋਗਰਾਮ ਵੀ ਐਲਾਨ ਦਿੱਤੇ ਸੀਗੇ ਵੀ ਅਸੀਂ ਜਿਹੜੇ ਲੋਕ ਪ੍ਰਭਾਵਿਤ ਹੁੰਦੇ ਉਹਨਾਂ ਨੂੰ ਅਸੀਂ ਅਪਲਾਈ ਕਰ ਸਕਦੇ ਆ ਮਦਦ ਲਈ, ਆਰਥਿਕ ਮਦਦ ਲਈ। ਸੋ ਉਹਨੂੰ ਦੇਖਦੇ ਹੋਇਆ ਹੁਣ 2 ਲੱਖ ਜਿਹੜੇ ਤੁਸੀਂ ਪੀਰੀਅਡ ਦੀ ਗੱਲ ਕੀਤੀ ਉਹ 'ਚ 2,07,800 ਜਿਹੜੀਆਂ ਜੌਬਸ ਨੇ ਉਹ ਘਟੀਆਂ ਨੇ, ਔਰ ਇੰਨਿਆਂ ਲੋਕਾਂ ਦੀ ਜੌਬ ਜਿਹੜੀ ਉਹ ਗਈ ਆ। ਹਾਲਾਂਕਿ ਇਹ ਜਿਹੜੀ ਇਹਨੂੰ ਟੈਂਪਰੇਰੀ ਵੀ ਦੱਸਿਆ ਜਾ ਰਿਹਾ, ਕਿਉਂਕਿ ਓਮੀਕਰੋਨ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਲਗਭਗ 2 ਸੂਬੇ ਜਿਹੜੇ ਕੈਨੇਡਾ ਦੇ ਉਹ ਅੱਗੇ ਆ ਚੁੱਕੇ ਨੇ, ਜਿਹਦੇ ਵਿੱਚ ਸਸਕੈਚੁਅਨ ਦੀ ਅਸੀਂ ਗੱਲ ਕਰ ਸਕਦੇ ਹਾਂ। ਹਾਲਾਂਕਿ ਸਸਕੈਚੁਅਨ ਦੇ ਪ੍ਰੀਮੀਅਰ ਨੂੰ ਆਪ 2 ਹਫ਼ਤੇ ਪਹਿਲਾਂ ਕੋਵਿਡ ਹੋ ਗਿਆ ਸੀਗਾ, ਪਰ ਹੁਣ ਇਹ ਖਬਰ ਆ ਰਹੀ ਹੈ ਕਿ ਸਸਕੈਚੁਅਨ ਦੇ ਵਿੱਚ ਵੀ ਜਿਹੜੀਆਂ ਜਲਦ ਇਹ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਨੇ।
ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਅਲਬਰਟਾ ਦੀ, ਤਾਂ ਉੱਥੇ ਦੇ ਜਿਹੜੇ ਪ੍ਰੀਮੀਅਰ ਜੈਸਨ ਕੈਨੀ ਆ, ਕੱਲ ਉਹ ਵੀ ਘੰਟਾ ਕੁ ਫੇਸਬੁੱਕ ਤੇ ਲਾਈਵ ਹੋਏ ਆ ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਸੰਕੇਤ ਦਿੱਤੇ ਆ ਕਿ ਕਿਸ ਨਾ ਕਿਸੇ ਤਰੀਕੇ ਜਿਹੜਾ ਉੱਥੇ ਅਗਲੇ ਹਫਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਉੱਥੇ ਵੀ ਜਿਹੜੀਆਂ ਇਹ ਪਾਬੰਦੀਆਂ ਨੇ ਕੋਵਿਡ ਦੀਆਂ ਉਹ ਹਟਾਈਆਂ ਜਾ ਸਕਦੀਆਂ ਨੇ। ਸੋ ਜਦੋਂ ਇਹ ਪਾਬੰਦੀਆਂ ਹਟਣਗੀਆਂ ਤਾਂ ਜਿਹੜੇ ਹੋਰ ਕੰਮਕਾਰ ਨੇ ਉਹ ਸ਼ੁਰੂ ਹੋ ਜਾਣਗੇ, ਹੋਰ ਗੈਦਰਿੰਗਸ ਹੋਣਗੀਆਂ, ਹੋਰ ਈਵੈਂਟਸ ਹੋਣਗੇ, ਹੋਰ ਕਾਰੋਬਾਰ ਖੁੱਲਣਗੇ, ਤਾਂ ਇਹ ਜੌਬਸ ਜਿਹੜੀਆਂ ਹੋਰ ਵੀ ਐਡ ਹੋ ਸਕਦੀਆਂ ਨੇ। ਪਰ ਜਿਹੜੇ ਮਾਹਰ ਨੇ ਉਹ ਇਹੀ ਦੱਸ ਰਹੇ ਨੇ ਕਿ ਫਿਲਹਾਲ ਇਹ ਇਸੇ ਕਰਕੇ ਕਿਉਂਕਿ ਜਿਹੜਾ ਓਮੀਕਰੋਨ ਦੀ ਜਿਹੜੀ ਵੇਵ ਹਿੱਟ ਕੀਤੀ ਆ, ਬਹੁਤ ਜ਼ਿਆਦਾ ਕੇਸ ਇਹਦੇ ਆਏ ਸੀਗੇ ਸਾਹਮਣੇ ਕੈਨੇਡਾ ਵਿੱਚ, ਹਾਲੇ ਵੀ ਆ ਰਹੇ ਨੇ। ਹਾਲਾਂਕਿ ਹਸਪਤਾਲਾਂ ਵਿੱਚ ਹੁਣ ਲੋਕਾਂ ਦੀ ਗਿਣਤੀ ਕੁਝ ਘਟ ਰਹੀ ਆ ਜਿਸ ਤਰੀਕੇ ਨਾਲ ਅਲਬਰਟਾ ਨੇ ਦਾਅਵਾ ਕੀਤਾ ਆ। ਸੋ ਹੁਣ ਜਿਹੜਾ ਵਾ ਫਿਰ ਪਾਬੰਦੀਆਂ ਹਟਾਈਆਂ ਜਾਣਗੀਆਂ। ਓਮੀਕਰੋਨ ਕਰਕੇ ਜਿਹੜੀਆਂ 2 ਲੱਖ ਨੌਕਰੀਆਂ ਘਟੀਆਂ ਸੀਗੀਆਂ, ਸੋ ਉਮੀਦ ਆ ਕਿ ਜਲਦ ਇਹ ਲੋਕਾਂ ਨੂੰ ਦੁਬਾਰਾ ਨੌਕਰੀ ਮਿਲ ਜੂਗੀ ਜਦੋਂ ਓਮੀਕਰੋਨ ਤੋਂ ਬਾਅਦ ਇਹ ਪਾਬੰਦੀਆਂ ਖੁੱਲਣਗੀਆਂ। ਜੀ ਸੋ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ। ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਸੇ ਤਰ੍ਹਾਂ ਪ੍ਰੋਗਰਾਮ ਦੀ ਰਾਹੀਂ ਤੁਹਾਡੇ ਰੋਜ਼ਾਨਾ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ।